ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ IRCC ਦੀ ਮੀਟਿੰਗ ਜੋ ਕਿ ਪੰਜਾਬੀ ਦੇ ਵਿੱਚ ਹੋਈ, ਇੱਕ ਤਾਂ ਬਹੁਤ ਸਾਰੇ ਬੱਚਿਆਂ ਨੂੰ ਮੈਂ ਲਿੰਕ ਫਾਰਵਰਡ ਵੀ ਕੀਤਾ ਸੀ। ਅਸੀਂ ਇਸ YouTube ਦੇ ਥਰੂ ਉਹ ਪੂਰੀ ਮੀਟਿੰਗ ਨੂੰ ਲਾਈਵ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਹਦੇ 'ਚ ਕਿਉਂਕਿ ਪਹਿਲੀ ਵਾਰੀ ਕਰ ਰਹੇ ਸੀ ਉਹਨੂੰ ਇਸ ਤਰੀਕੇ ਨਾਲ, ਤਾਂ ਥੋੜ੍ਹੇ ਸਾਊਂਡ ਪ੍ਰੋਬਲਮ ਸੀ। ਆਈ ਹੋਪ ਜਿਹੜੀਆਂ ਨੈਕਸਟ ਮੀਟਿੰਗਸ ਹੋਣਗੀਆਂ ਉਹ ਤੁਹਾਨੂੰ ਲਾਈਵ ਸੁਣਾਇਆ ਕਰਾਂਗੇ। ਹੁਣ ਇਹਦੇ 'ਚ ਸਭ ਤੋਂ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨੇ, ਇੱਕ ਸਾਫ਼ ਭਾਸ਼ਾ ਦੇ ਵਿੱਚ, ਇੱਕ ਸਿੱਧੀ ਭਾਸ਼ਾ ਦੇ ਵਿੱਚ ਜਿਹੜਾ ਕਲਾਇੰਟ ਨੂੰ, ਦੋਸਤ ਨੂੰ ਮੈਸੇਜ ਤੁਹਾਨੂੰ ਆਇਆ IRCC ਤੋਂ, ਉਹਦਾ ਵਿਸ਼ਲੇਸ਼ਣ ਜਿਹੜਾ ਉਹਦੇ ਵਿੱਚੋਂ ਇੰਪੋਰਟੈਂਟ ਸਵਾਲ ਸੀ ਉਹ ਤੁਹਾਡੇ ਹੀ ਸਵਾਲ ਸੀ, ਤੁਹਾਡੇ ਵਰਗੇ ਹੀ ਬੱਚਿਆਂ ਵੱਲੋਂ ਪੁੱਛੇ ਗਏ ਸਵਾਲ ਸੀ ਜਿਨ੍ਹਾਂ ਦੇ ਉਹਨਾਂ ਨੇ ਜਵਾਬ ਦਿੱਤੇ ਨੇ। 15 ਤੋਂ 16 ਕੁਐਸਚਨ ਜ਼ਰੂਰ ਨੇ, ਬਟ ਕਿਉਂਕਿ ਬਹੁਤ ਇੰਪੋਰਟੈਂਟ ਸੀ, ਤਕਰੀਬਨ ਕੋਈ 40 ਤੋਂ 50 ਕੁਐਸਚਨ ਸੀਗੇ ਉਹਦੇ ਵਿੱਚ, ਬਟ ਮੈਂ ਉਹਦੇ ਚੋਂ ਸਿਰਫ ਇੰਪੋਰਟੈਂਟ ਕੁਐਸਚਨ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਤੁਹਾਨੂੰ ਵੱਧ ਤੋਂ ਵੱਧ ਇੰਪੋਰਟੈਂਟ ਇਨਫੋਰਮੇਸ਼ਨ ਮਿਲ ਸਕੇ। ਸੋ ਇੱਕ ਇੱਕ ਕਰਕੇ ਮੈਂ ਲਾਉਂਗਾ, ਸ਼ੋਅ ਥੋੜਾ ਲੈਂਥੀ ਜ਼ਰੂਰ ਹੋਊਗਾ, ਬਟ ਵੈਰੀ ਇੰਟਰਸਟਿੰਗ ਐਂਡ ਵੈਰੀ ਇੰਪੋਰਟੈਂਟ, ਖਾਸ ਕਰਕੇ ਕੈਨੇਡਾ ਜਾਣ ਵਾਲੇ ਬੱਚਿਆਂ ਲਈ ਵੀ, ਕੈਨੇਡਾ ਆ ਚੁੱਕੇ AIP ਵਾਲੇ ਬੱਚਿਆਂ ਲਈ ਵੀ, ਔਰ ਜਿਨ੍ਹਾਂ ਦੇ AIP ਆਉਣੇ ਆ ਉਹਨਾਂ ਦੇ ਲਈ ਵੀ। ਸੋ ਕੀ ਉਹ ਚੀਜ਼ਾਂ ਨੇ, ਇਹ ਕੁਐਸਚਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸੀ ਜਾਊਂਗਾ ਔਰ ਫਿਰ ਉਹਨਾਂ ਦੇ ਜਵਾਬ ਔਰ ਵਿਸ਼ਲੇਸ਼ਣ ਨਾਲ ਦਊਂਗਾ। ਉਸ ਤੋਂ ਪਹਿਲਾਂ ਰਿਕੁਐਸਟ ਰਹੂਗੀ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀਆਂ ਇੰਪੋਰਟੈਂਟ ਔਰ ਅਹਿਮ ਇਨਫੋਰਮੇਸ਼ਨ ਦੇ ਨਾਲ ਜੁੜਨ ਵਾਲਾ ਇਹ ਗਰੰਟਿਡਲੀ YouTube ਤੇ ਪਹਿਲਾ ਚੈਨਲ ਹੈ, ਸੋ ਜਿਹੜਾ ਤੁਹਾਨੂੰ ਪਿਓਰ ਇਨਫੋਰਮੇਸ਼ਨ ਨਾਲ, ਫਾਸਟ ਇਨਫੋਰਮੇਸ਼ਨ ਨਾਲ ਜੋੜਦਾ। ਸੋ ਪਹਿਲਾਂ ਚੱਲਦੇ ਹਾਂ ਜੀ IRCC ਦੀ ਮੀਟਿੰਗ ਵੱਲ, ਔਰ ਸਭ ਤੋਂ ਪਹਿਲਾ ਸਵਾਲ ਜਿਹੜਾ ਸੀਗਾ ਉਹ ਸੀਗਾ ਫਲਾਈਟਸ ਨੂੰ ਲੈ ਕੇ, ਟਰੈਵਲ ਨੂੰ ਲੈ ਕੇ। ਬੱਚਿਆਂ ਦੇ ਮਨ 'ਚ ਸਭ ਤੋਂ ਜ਼ਿਆਦਾ ਉਤਸੁਕਤਾ ਬਣੀ ਹੋਈ ਸੀ ਕਿਉਂਕਿ AIP ਆ ਗਏ ਸੀ, ਕੁਝ 18 ਮਾਰਚ ਦੇ ਬੱਚੇ ਬੈਠੇ ਹੋਏ ਆ। ਸੋ ਇੱਕ ਅਫਵਾਹ ਪਿੱਛੇ ਜਿਹੇ ਚੱਲੀ ਸੀ ਕਿ ਟਰੈਵਲ ਕਰਨ ਲਈ IRCC ਤੋਂ ਇੱਕ ਲੈਟਰ ਆਉਂਦੀ ਹੈ। ਸੋ ਉਹਦੇ ਉੱਤੇ IRCC ਨੇ ਵੈਰੀ ਕਲੀਅਰਲੀ ਕਹਿਤਾ ਕਿ IRCC ਕਿਸੇ ਤਰ੍ਹਾਂ ਦੀ ਕੋਈ ਵੀ ਸਪੋਰਟ ਲੈਟਰ ਟਰੈਵਲ ਕਰਨ ਲਈ ਬੱਚੇ ਨੂੰ ਨਹੀਂ ਦਿੰਦੀ। ਤੁਸੀਂ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਵੀ ਈਮੇਲ ਸਾਨੂੰ ਨਾ ਭੇਜੋ। ਤੁਹਾਨੂੰ ਜਿਹੜਾ ਲੈਟਰ ਐਕਚੁਅਲੀ ਚਾਹੀਦਾ ਹੈ ਉਹ ਤੁਹਾਡੇ DLI ਇੰਸਟੀਚਿਊਟ ਦਾ ਲੈਟਰ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਅਗਰ DLI ਇੰਸਟੀਚਿਊਟ ਆ ਮੈਂਸ਼ਨ ਕਰਦਾ ਹੈ ਕਿ ਤੁਹਾਡੀਆਂ ਕਲਾਸਿਸ ਫੇਸ ਟੂ ਫੇਸ ਹੋਣੀਆਂ ਜ਼ਰੂਰੀ ਨੇ ਔਰ ਆਨਲਾਈਨ ਨਹੀਂ ਹੋ ਸਕਦੀਆਂ, ਦੈਨ ਇਨ ਦੈਟ ਕੇਸ ਯੂ ਵੁੱਡ ਬੀ ਏਬਲ ਟੂ ਟਰੈਵਲ। ਠੀਕ ਹੈ, ਨਹੀਂ ਅਦਰਵਾਈਜ਼ ਉਹ ਕਹਿੰਦੇ ਕਿ ਤੁਸੀਂ ਟਰੈਵਲ ਨਹੀਂ ਕਰ ਸਕਦੇ। 18 ਮਾਰਚ ਵਾਲਿਆਂ ਲਈ ਐਗਜ਼ੈਂਪਸ਼ਨ ਹੈਗੀ ਹੈ, ਬਟ ਇਟ ਡਿਪੈਂਡਸ ਕਿ ਉਹਨਾਂ ਦੀ ਸਪੋਰਟਿੰਗ ਲੈਟਰ ਦਾ ਕੰਟੈਂਟ ਕੀ ਹੈ, ਬਟ ਨਵਿਆਂ ਲਈ ਹਜੇ ਪੂਰੀ ਤਰ੍ਹਾਂ ਬਲੌਕ ਹੈ। ਇਹਦੇ ਵਿੱਚ ਸੈਕਿੰਡ ਇੱਕ ਰੀਜ਼ਨ ਸੀ, ਆਪਾਂ ਬੜੇ ਚਿਰ ਤੋਂ ਉਹਨੂੰ ਇੰਟਰਨੈਟ ਤੇ ਸੁਣ ਰਹੇ ਹਾਂ, ਵਾਈਫਾਈ ਪ੍ਰੋਬਲਮ। ਉਸ ਤੋਂ ਬਾਅਦ ਮੈਂ ਕੀ ਕਰ ਸਕਦਾ, ਮੈਂ ਕੋਰਸ ਨੂੰ ਡੈਫਰ ਕਰ ਸਕਦਾ, ਜਾਂ ਮੈਂ ਕੋਰਸ ਨੂੰ ਆਨਲਾਈਨ ਨੂੰ ਛੱਡ ਸਕਦਾ, ਜਾਂ ਮੈਂ ਉੱਥੇ ਕੈਨੇਡਾ ਟਰੈਵਲ ਕਰ ਸਕਦਾ। ਜਿਹੜਾ ਮੇਨ ਕੁਐਸਚਨ ਪੁੱਛਿਆ ਗਿਆ ਸੀ ਆਹ ਸੀਗਾ ਕਿ ਮੇਰੇ ਵਾਈਫਾਈ ਦੀ ਪ੍ਰੋਬਲਮ ਹੈ, ਕੀ ਮੈਂ ਆਪਣੀਆਂ ਆਨਲਾਈਨ ਕਲਾਸਾਂ ਕੈਨੇਡਾ ਜਾ ਕੇ ਲਗਾ ਸਕਦਾ। ਉਹਦੇ ਉੱਤੇ IRCC ਨੇ ਡਾਇਰੈਕਟਲੀ ਕਿਹਾ ਸੀਗਾ ਕਿ ਜਿਹੜਾ ਟਰੈਵਲ ਬੈਨ ਹੈ ਉਹਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਨਾ ਪਏਗਾ। ਤੁਹਾਡਾ ਵਾਈਫਾਈ ਕੰਮ ਨਹੀਂ ਕਰ ਰਿਹਾ ਤਾਂ ਉਹਦਾ ਅਲਟਰਨੇਟਿਵ ਲੱਭੋ, ਚਾਹੇ ਉਹ ਤੁਹਾਡਾ ਕੋਈ ਚੇਂਜ ਆਫ ਪ੍ਰੋਵਾਈਡਰ ਹੋਵੇ ਜਾਂ ਚੇਂਜ ਆਫ ਪਲਾਨ ਹੋਵੇ। ਉਹਦਾ ਉਹਨਾਂ ਨੇ ਸਾਫ਼ ਸ਼ਬਦਾਂ 'ਚ ਜਵਾਬ ਦੇ ਦਿੱਤਾ ਕਿ ਵਾਈਫਾਈ ਨਾਟ ਅਵੇਲੇਬਲ, ਸਲੋ ਵਾਈਫਾਈ ਆਰ ਰੀਜ਼ਨ ਆ ਐਕਸਕਿਊਜ਼ ਨਹੀਂ ਚੱਲੇਗਾ। ਉਸ ਤੋਂ ਬਾਅਦ ਇੰਪੋਰਟੈਂਟ, ਕਿਉਂਕਿ ਹੁਣ AIP ਦਾ ਸਿਲਸਿਲਾ ਕਾਫੀ ਪਹਿਲਾਂ ਤੋਂ ਸ਼ੁਰੂ ਹੋਇਆ ਔਰ ਬਹੁਤ ਸਾਰੇ ਬੱਚੇ, ਕਿਉਂਕਿ ਮਾਰਚ ਤੋਂ ਟਰੈਵਲਿੰਗ ਬੰਦ ਹੋ ਚੁੱਕੀ ਹੈ, ਆਨਲਾਈਨ ਕਲਾਸਿਸ ਲਗਾ ਕੇ ਕਈ ਬੱਚਿਆਂ ਦੇ 50% ਕੋਰਸ ਜਾਂ ਤੇ ਖਤਮ ਹੋ ਚੁੱਕੇ ਨੇ ਜਾਂ ਉਹ ਆਉਣ ਵਾਲੇ ਦਿਨਾਂ 'ਚ ਖਤਮ ਹੋ ਰਹੇ ਨੇ। ਸੋ ਅਗਰ ਉਹਨਾਂ ਦੇ ਕੋਰਸ ਖਤਮ ਹੋ ਚੁੱਕੇ ਨੇ ਜਾਂ ਉਹ 50% ਕੋਰਸ ਖਤਮ ਹੋ ਰਿਹਾ ਹੈ ਤਾਂ ਉਸ ਤੋਂ ਬਾਅਦ ਵਾਲਾ 50% ਕੋਰਸ ਦਾ ਉਹ ਬੱਚੇ ਕੀ ਕਰੇ, ਤਾਂ ਉਹਦੇ ਵਿੱਚ IRCC ਨੇ ਸਿੰਪਲ ਕਹਿ ਦਿੱਤਾ ਕਿ ਤੁਸੀਂ ਰੈਸਟ ਆਫ ਦਾ 50% ਕੋਰਸ ਨੂੰ ਸਿੰਪਲੀ ਡੈਫਰ ਕਰ ਸਕਦੇ ਹੋ ਔਰ ਤੁਸੀਂ ਉਸ ਕੋਰਸ ਨੂੰ ਕੈਨੇਡਾ ਆ ਕੇ ਕਰੋ ਤਾਂ ਕਿ ਤੁਹਾਨੂੰ ਜਿਹੜਾ PSW ਹੈ ਉਹ ਮਿਲ ਸਕੇ। ਅਗਰ ਉਹ ਤੁਸੀਂ ਬੈਲੈਂਸ ਕੋਰਸ ਵੀ ਉੱਥੇ 50% ਖਤਮ ਕਰ ਲੋਗੇ ਦੈਨ ਮੁਸ਼ਕਲ ਹੋ ਸਕਦੀ ਹੈ। ਸੋ ਬੈਟਰ ਹੈ ਕਿ ਉਹਨੂੰ ਡੈਫਰ ਕਰ ਲਓ। ਇਹ 1 ਸਾਲ ਵਾਲੇ ਬੱਚਿਆਂ ਨੂੰ ਮੈਂ ਖਾਸ ਕਰਕੇ ਸੁਜੈਸਟ ਕਰੂੰਗਾ ਜਿਨ੍ਹਾਂ ਦਾ PG ਡਿਪਲੋਮਾ ਹੈ। ਨਾਓ ਨੈਕਸਟ ਇਜ਼ ਕਿ ਹੁਣ ਜਿਹੜੇ ਬੱਚੇ ਆਨਲਾਈਨ ਕਲਾਸਾਂ ਲਈ ਟਰੈਵਲ ਕਰ ਵੀ ਜਾਣ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਟਰੈਵਲਿੰਗ ਹੈ ਉਹ ਫਲਾਈਟ ਜਿਹੜੀ ਤੁਸੀਂ ਬੋਰਡ ਕਰੋਗੇ ਉਹਦੇ ਉੱਤੇ ਔਰ CBSE ਕੈਨੇਡਾ ਬੋਰਡਰ ਸਿਕਿਉਰਿਟੀ ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਤੁਹਾਨੂੰ ਕਲੀਅਰੈਂਸ ਪੂਰੀ ਦਿੰਦੇ ਆ ਔਰ ਤੁਹਾਨੂੰ ਐਂਟਰ ਕਰਨ ਦਿੰਦੇ। ਅਗਰ ਇਹਦੇ ਵਿੱਚ ਕਈ ਬੱਚੇ ਐਂਟਰ ਕਰ ਵੀ ਗਏ ਨੇ ਜਾਂ ਉਹ ਐਂਟਰ ਕਰ ਜਾਣਗੇ ਤਾਂ ਉੱਥੇ ਜਾ ਕੇ ਅਗਰ ਉਹਨਾਂ ਦੀਆਂ ਕਲਾਸਿਸ ਆਨਲਾਈਨ ਰਹਿਣਗੀਆਂ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵਰਕ ਅਲਾਉ ਨਹੀਂ ਹੈਗਾ।
ਡਿਊਰਿੰਗ ਸਟੱਡੀ। ਆਨਲਾਈਨ ਸਟੱਡੀ ਕਿਸੇ ਤਰ੍ਹਾਂ ਦਾ ਵਰਕ ਉਹਨਾਂ ਨੇ ਪ੍ਰੈਜ਼ੈਂਟਲੀ ਤੁਹਾਨੂੰ ਅਲਾਉ ਨਹੀਂ ਕੀਤਾ ਹੋਇਆ। ਸੋ ਦੈਟ ਥਿੰਗ ਯੂ ਨੀਡ ਟੂ ਮੇਕ ਵੈਰੀ ਵੈਰੀ ਇੰਪੋਰਟੈਂਟ ਕਿ ਉੱਥੇ ਜਾ ਕੇ ਅਗਰ ਆਨਲਾਈਨ ਪੜ੍ਹਦੇ ਹੋ ਤਾਂ ਤੁਹਾਨੂੰ ਲੀਗਲ ਪਰਮਿਸ਼ਨ ਕੰਮ ਕਰਨ ਦੀ ਨਹੀਂ ਹੋਊਗੀ। ਨਾਓ ਨੈਕਸਟ ਇਜ਼ ਕਿ ਜੈਨ ਇਨਟੇਕ ਲਈ ਵੀ AIP ਆਊਗੇ। ਇਹ ਇੱਕ ਬੜਾ ਲੰਬਾ ਸਵਾਲ ਬਣਿਆ ਹੋਇਆ ਸੀ ਕਿਉਂਕਿ ਜੈਨ ਇਨਟੇਕ ਦੀਆਂ ਹੀ ਹੁਣ ਨਵੀਆਂ ਫਾਈਲਾਂ ਲੱਗਣੀਆਂ ਨੇ। ਸੋ ਬੜਾ ਕਨਫਿਊਜ਼ਨ ਸੀਗੀ, ਸਾਡੇ ਵਿੱਚ ਵੀ ਸੀ, ਬੱਚਿਆਂ ਵਿੱਚ ਵੀ ਸੀ, ਐਵਰੀਬਡੀ। ਸੋ ਇਹਦੇ ਵਿੱਚ ਆਪਾਂ ਕੁਝ ਜੈਨ ਦੇ AIP ਵੀ ਦੇਖਿਆ, ਬਟ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ AIP ਹੈ ਉਹ ਅਸੀਂ ਫਾਲ ਇਨਟੇਕ ਸਪ੍ਰਿੰਗ ਇਨਟੇਕ ਲਈ ਹੀ ਰੱਖਿਆ ਹੋਇਆ ਹੈ। ਇਹਦਾ ਜੈਨ ਇਨਟੇਕ ਦਾ ਹਜੇ ਕੁਝ ਵੀ ਪਲਾਨਡ ਨਹੀਂਗਾ। ਸੋ ਸਾਡੇ ਵੱਲੋਂ ਜੈਨ ਇਨਟੇਕ ਲਈ AIP ਨਹੀਂ ਆਉਣਗੇ। ਸੋ ਇਹ ਉਹਨਾਂ ਦਾ ਅਪਡੇਟ ਹੈ। ਹੁਣ ਇਹਦੇ 'ਚ ਟੈਕਨੀਕਲੀ ਕਿਤੇ ਕਲੈਸ਼ਿੰਗ ਹੋ ਸਕਦੀ ਹੈ, ਕਿਸੇ ਕੋਈ AIP ਰਿਸੀਵ ਹੋਇਆ ਹੋ ਸਕਦਾ ਹੈ, ਬਟ ਮੈਂ ਇੱਥੇ ਤੁਹਾਨੂੰ ਉਹ ਇਨਫੋਰਮੇਸ਼ਨ ਡਿਲੀਵਰ ਕਰ ਰਿਹਾ ਜਿਹੜੀ IRCC ਦੇ ਬੋਰਡ ਤੋਂ ਸਾਨੂੰ ਸੁਣਨ ਨੂੰ ਮਿਲੀ ਜਾਂ ਮੈਂ ਇੱਥੇ ਵੀ ਤੁਹਾਨੂੰ ਸੁਣਾਈ ਸੀ। ਸੋ ਨੈਕਸਟ ਕਿ ਜਦੋਂ AIP ਡਿਸਾਈਡ ਹੁੰਦਾ ਹੈ ਉਦੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਐਡਮਿਸਿਬਿਲਿਟੀ ਦਾ ਜਦੋਂ ਵੀਜ਼ਾ ਲੱਗਣਾ ਹੈ ਉਦੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਸੋ ਇਹਦੇ ਵਿੱਚ ਡਾਕੂਮੈਂਟ ਵਾਈਜ਼ ਤਾਂ ਉਹਨਾਂ ਨੇ ਕਈ ਕੁਝ ਦੱਸਿਆ, ਬਟ ਮੋٹے ਸ਼ਬਦਾਂ 'ਚ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ ਦੱਸ ਦਿੰਦਾ ਕਿ AIP ਡਿਸਾਈਡ ਹੁੰਦਾ ਹੈ ਤੁਹਾਡੀ ਫੈਮਿਲੀ ਦੀ ਸਟੇਬਿਲਿਟੀ। ਉਹਨਾਂ ਨੇ ਪਹਿਲਾਂ ਇੰਪੋਰਟੈਂਟ ਦੱਸਿਆ। ਸੋ ਇਹਦੇ 'ਚ ਕੀ ਕਾਊਂਟ ਹੋਊਗਾ? ਮੇਜਰਲੀ ਤੁਹਾਡੇ ਸੋਰਸ ਆਫ ਇਨਕਮਸ ਐਂਡ ਆਕੂਪੇਸ਼ਨਸ ਕੀ ਕਰਦੇ ਨੇ, ਉਹਦੇ ਉੱਤੇ ਫੈਮਿਲੀ ਦਾ ਜਿਹੜਾ ਸਟਰਕਚਰ ਹੈ ਉਹਦੇ ਉੱਤੇ ਬੜੀ ਅਕਾਊਂਟੇਬਿਲਿਟੀ ਹੈ। ਸੈਕਿੰਡ, ਤੁਹਾਡਾ ਕੋਰਸ, ਕਿਹੜਾ ਕੋਰਸ ਲਿਆ ਹੈ, ਕਿਹੜਾ ਕਾਲਜ ਲਿਆ ਹੈ, ਕੀ ਫਾਇਦੇ ਹੈ, ਤੁਹਾਡੇ ਪ੍ਰੋਫਾਈਲ ਦੇ ਨਾਲ ਕਿੰਨਾ ਕੁ ਰੈਲੇਵੈਂਟ ਹੈ। ਇਹ ਉਹਨਾਂ ਦੀ ਮੇਜਰ ਦੋ ਅਸੈਸਮੈਂਟ ਵਿਊ ਨੇ ਅਪਾਰਟ ਫਰੋਮ ਟੈਕਨੀਕਲ ਚੀਜ਼ਾਂ, ਕਿਉਂਕਿ ਜਿਹੜੇ ਡਾਕੂਮੈਂਟਸ ਹੁੰਦੇ ਨੇ ਉਹ ਟੈਕਨੀਕਲ ਚੀਜ਼ ਹੁੰਦੀ ਹੈ ਕਿ ਮੇਰੇ ਪਰਸੈਂਟੇਜ ਕਿੰਨੇ ਸੀ, ਮੇਰਾ ਆਈਲੈਟ ਸਕੋਰ ਕਿੰਨਾ ਸੀ, ਉਹ ਟੈਕਨੀਕਲ ਚੀਜ਼ਾਂ ਨੇ। ਉਹ ਜਿੱਦਾਂ ਦੇਖਦੇ ਨੇ ਉਹਨਾਂ ਨੂੰ ਦੇਖਣਗੇ ਹੀ ਦੇਖਣਗੇ, ਬਟ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਕਿਸੇ ਫਰੇਮ 'ਚ ਨਹੀਂ ਬੰਨਿਆ ਜਾ ਸਕਦਾ। ਸੋ ਇਹਦੇ ਵਿੱਚ ਵੀਜ਼ਾ ਆਫਿਸਰ ਦਾ ਜੋ ਵਿਊ ਹੋਊਗਾ ਉਹਦੇ ਹਿਸਾਬ ਨਾਲ ਡਿਸੀਜਨ ਹੋਊਗਾ। ਸੋ ਵੀਜ਼ਾ ਆਫਿਸਰ ਦੇ ਇਹਦੇ ਉੱਤੇ ਵਿਊਜ਼ ਹੋ ਸਕਦੇ ਨੇ। ਇਹਨਾਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਆਪਣੀ ਫਾਈਲ ਲਾਉਣੀ। ਕੋਰਸ ਦਾ ਤੁਸੀਂ ਪਹਿਲਾਂ ਵੀ ਦੇਖਦੇ ਹੁੰਦੇ ਸੀਗੇ, ਬਟ ਹੁਣ ਇੱਕ ਚੀਜ਼ ਹੋਰ ਇੰਪੋਰਟੈਂਟ ਲੈ ਕੇ ਚੱਲਣੀ ਹੈ, ਫੈਮਿਲੀ ਸਟੇਬਿਲਿਟੀ। ਮਤਲਬ ਆਪਣੀ ਰਨਿੰਗ ਇਨਕਮ ਫੈਮਿਲੀ ਦੀ ਜ਼ਰੂਰ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰੋ, ਉਹਨਾਂ ਦੇ ਪ੍ਰੋਫੈਸ਼ਨਸ ਨੂੰ ਅੱਛੇ ਤਰੀਕੇ ਨਾਲ ਸਟੇਟਮੈਂਟ ਆਫ ਪਰਪਸ ਦੇ ਵਿੱਚ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਬਹੁਤ ਜ਼ਰੂਰੀ ਹੈ। ਨੈਕਸਟ ਸੀਗਾ ਕਿ ਬੱਚੇ ਕਹਿੰਦੇ ਸੀ ਕਿ AIP ਕਿੱਦਾਂ ਆ ਰਹੇ ਨੇ, ਪੋਰਟਲ ਤੇ ਆ ਰਹੇ ਨੇ ਜਾਂ ਈਮੇਲ 'ਚ। ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ AIPs ਨੇ ਹੁਣ ਉਹ ਈਮੇਲ ਜਿਹੜੀ ਤੁਸੀਂ ਸਬਮਿਟ ਕੀਤੀ ਹੁੰਦੀ ਹੈ ਉਹਦੇ ਉੱਤੇ ਤੁਹਾਨੂੰ ਡਾਇਰੈਕਟਲੀ ਆ ਰਹੇ ਨਾ। ਹੁਣ ਬੱਚਿਆਂ ਦਾ ਇੱਕ ਕਨਫਿਊਜ਼ਨ ਸੀ ਕਿ ਮੇਰੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਔਰ AIP ਹਜੇ ਤੱਕ ਨਹੀਂ ਆਇਆ, ਸੋ ਮੈਨੂੰ ਆਪਣੀਆਂ ਕਲਾਸਿਸ ਜੁਆਇਨ ਕਰਨੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ। ਉਹਦੇ ਵਿੱਚ IRCC ਦਾ ਕਹਿਣਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਰਿਜ਼ਲਟ ਜਿਹੜੇ ਆ ਉਹ ਟਾਈਮ ਸਿਰ ਪਹੁੰਚਣ ਔਰ ਜਲਦੀ ਤੋਂ ਜਲਦੀ ਤੁਹਾਡੇ ਤੱਕ ਰਿਜ਼ਲਟ ਪਹੁੰਚਾ ਸਕੀਏ। ਬਟ ਤੁਸੀਂ ਆਪਣੀਆਂ ਆਨਲਾਈਨ ਕਲਾਸਾਂ ਲਾਉਣ ਦੇ ਲਈ ਤੁਹਾਨੂੰ AIP ਦੀ ਲੋੜ ਨਹੀਂ ਹੈ। ਸੋ ਤੁਸੀਂ ਆਪਣੀਆਂ ਆਨਲਾਈਨ ਕਲਾਸਾਂ ਨੂੰ ਕਾਲਜ ਦੇ ਨਾਲ ਜਾਂ ਆਪਣੇ DLI ਇੰਸਟੀਚਿਊਟ ਦੇ ਨਾਲ ਸਟਾਰਟ ਕਰ ਸਕਦੇ ਹੋ। AIP ਜਦੋਂ ਆਏਗਾ ਉਹਨਾਂ ਨੂੰ ਤੁਸੀਂ ਅੱਗੇ ਕੰਟੀਨਿਊ ਵੀ ਰੱਖੀ ਜਾਓ। AIP ਆਉਣ ਤੋਂ ਪਹਿਲਾਂ ਜਿਹੜੀਆਂ ਤੁਸੀਂ ਕਲਾਸਾਂ ਲਗਾਈਆਂ ਹੋਣਗੀਆਂ ਉਹ ਪੀਰੀਅਡ ਵੀ ਤੁਹਾਡਾ ਜਿਹੜਾ ਹੈ PSW ਜਿਹੜਾ ਵੀਜ਼ਾ ਹੈ, ਪੋਸਟ ਸਟੱਡੀ ਵਰਕ ਵੀਜ਼ਾ, ਉਹਦੇ ਵਿੱਚ ਗਿਣਿਆ ਜਾਊਗਾ। ਸੋ ਡੋਂਟ ਨਥਿੰਗ ਟੂ ਵਰੀ। ਹਾਂ, ਉਹਦੇ ਵਿੱਚ ਆ ਸੀਗਾ ਕਿ ਅਗਰ ਆਪਾਂ ਕਲਾਸਾਂ ਲਗਾਉਂਦੇ ਔਰ ਕੱਲ ਨੂੰ AIP ਨਹੀਂ ਆਉਂਦਾ ਤਾਂ ਫਿਰ ਮੇਰਾ ਰਿਫੰਡ ਦਾ ਕੀ ਬਣੂਗਾ। ਤਾਂ ਰਿਫੰਡ ਤੇ ਉਹਨਾਂ ਨੇ ਪਹਿਲਾਂ ਵੀ ਪਿਛਲੀਆਂ ਮੀਟਿੰਗਸ 'ਚ ਵੀ ਹੱਥ ਖੜੇ ਕੀਤੇ ਹੋਏ ਆ। ਉਹ ਕਹਿੰਦੇ ਜੀ ਇਟਸ ਟੋਟਲੀ ਯੋਰ ਇੰਸਟੀਚਿਊਟਸ ਰਿਫੰਡ ਪਾਲਿਸੀ। DLI ਇੰਸਟੀਚਿਊਟ ਜਿਹਦੇ 'ਚ ਵੀ ਤੁਸੀਂ ਐਡਮਿਸ਼ਨ ਲਈ ਹੈ ਉਹਨਾਂ ਦੀ ਜੋ ਰਿਫੰਡ ਪਾਲਿਸੀ ਰਹੂਗੀ ਉਹਦੇ ਅਕੋਰਡਿੰਗ ਹੀ ਤੁਹਾਡੀਆਂ ਫਾਈਲਾਂ ਲੱਗਣਗੀਆਂ। ਸੋ ਉਸੇ ਚੀਜ਼ ਦੇ ਉੱਤੇ ਤੁਸੀਂ ਚੱਲਣਾ। ਸੋ ਜਿਨ੍ਹਾਂ ਦੇ AIP ਨਹੀਂ ਆਏ ਬਟ ਕਲਾਸਾਂ ਲੱਗ ਕੇ ਆ ਰਹੀਆਂ ਨੇ ਤਾਂ ਆਪਣੀ ਰਿਫੰਡ ਪਾਲਿਸੀ ਆਪਣੇ ਕਾਲਜਿਸ ਨਾਲ ਚੈੱਕ ਕਰ ਲੈਣ, ਉਹਨਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਹੀ ਆਪਣੀ ਕਲਾਸਿਸ ਨੂੰ ਲਗਾਉਣਾ। ਨੈਕਸਟ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਜੀ ਪ੍ਰੋਸੈਸ ਟਾਈਮ ਨੂੰ ਲੈ ਕੇ ਉਹਨਾਂ ਨੇ ਬਹੁਤ ਕਲੀਅਰ ਕਰਤਾ ਕਿ ਸਾਡੇ ਜੋ ਵੈਬਸਾਈਟ ਤੇ ਪ੍ਰੋਸੈਸ ਟਾਈਮ ਸੀਗੇ ਪਹਿਲਾਂ 45 ਦਿਨ ਜਾਂ 60 ਦਿਨ ਹੁੰਦਾ ਸੀ, ਉਹ ਗਲਤ ਨੇ। ਉਹਨਾਂ ਦੀ ਅਸੀਂ ਕੋਈ ਇਸ ਟਾਈਮ ਪ੍ਰੋਮਿਸ ਨਹੀਂ ਦੇ ਸਕਦੇ ਪੈਂਡੈਮਿਕ ਦੇ ਵਿੱਚ। ਸੋ ਇਸ ਟਾਈਮ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਗੜਬੜ ਹੈ। ਸੋ SDS ਕੇਸ ਹੈ ਭਾਵੇਂ ਨੌਨ SDS ਕੇਸ ਹੈ, ਕਿਸੇ ਵੀ ਸਿਨਾਰੀਓ 'ਚ ਅਸੀਂ ਆ ਨਹੀਂ ਕਹਿ ਸਕਦੇ ਕਿ ਇਹਦਾ ਰਿਜ਼ਲਟ ਅਸੀਂ ਪਹਿਲਾਂ ਦੇਵਾਂਗੇ ਜਾਂ ਇਹਦਾ ਲੇਟ ਦੇਵਾਂਗੇ। ਇਟ ਆਲ ਡਿਪੈਂਡਸ ਅਪੋਨ ਡਾਕੂਮੈਂਟ ਅਵੇਲੇਬਿਲਿਟੀ, ਤੁਹਾਡੇ ਪ੍ਰੋਫਾਈਲ ਦੀ ਅਵੇਲੇਬਿਲਿਟੀ, ਉਹਦੇ ਵਿੱਚ ਲੱਗੇ ਡਾਕੂਮੈਂਟਸ, ਉਹਦੀ ਪ੍ਰਾਇੋਰਟੀਜ਼ ਦੇ ਹਿਸਾਬ ਨਾਲ ਡਿਸਾਈਡ ਹੋਊਗਾ। ਹਜੇ ਕੁਝ ਵੀ SDS ਨੌਨ SDS ਜਲਦੀ ਜਾਂ ਲੇਟ ਦਾ ਸਿਨਾਰੀਓ ਨਹੀਂ ਹੋ ਸਕਦਾ। ਬਹੁਤ ਸਾਰੇ ਬੱਚਿਆਂ ਦੇ ਰਿਜ਼ਲਟ ਮਾਰਚ ਤੋਂ ਵੀ ਲਟਕੇ ਹੋਏ ਹੈ ਔਰ ਕਈਆਂ ਦੇ ਲੇਟੈਸਟ ਵੀ ਆ ਰਹੇ ਆ। ਉਹ ਕਹਿੰਦੇ ਜੀ ਇਹ ਸਾਰਾ ਕੁਝ ਜਿਹੜਾ ਪ੍ਰੋਸੈਸਿੰਗ ਡਿਪਾਰਟਮੈਂਟ ਹੈ ਉਹਦੇ ਅੰਡਰ ਹੈ,
ਜਿਸ ਹਿਸਾਬ ਨਾਲ ਵੀ ਉਹਨਾਂ ਕੋਲ ਕੇਸਿਸ ਜਾ ਰਹੇ ਨੇ, ਬਟ ਇਹਦੇ ਉੱਤੇ ਜਿਹੜਾ ਡਿਲੇ ਹੈ ਉਹ ਡੈਫੀਨੇਟਲੀ ਹੈਗਾ, ਉਹਨੂੰ ਅਸੈਪਟ ਕਰਦੇ ਆ, ਉਹਦੇ ਲਈ ਉਹ ਅਪੋਲੋਜਾਈਜ਼ ਵੀ ਕਰਦੇ ਆ, ਬਟ ਉਹਦੇ ਲਈ ਹਜੇ ਕੋਈ ਕਨਫਰਮ ਡੇਟ ਉਹ ਨਹੀਂ ਦੇ ਰਹੇ, ਕਿਉਂਕਿ ਉਹ ਕਹਿੰਦੇ ਕਿ ਸਾਡੇ ਕੋਲ ਸਟਾਫ ਸ਼ਾਰਟੇਜ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਡਿਸੀਜਨਸ ਲਏ ਜਾਣ ਕੇਸਾਂ ਦੇ ਉੱਤੇ, ਬਟ ਸਟਿਲ ਬਿਨਾਂ ਸਾਰਾ ਕੁਝ ਦੇਖੇ ਵੀ ਉਹ ਨਹੀਂ ਲੈ ਸਕਦੇ। ਸੋ ਜਿਹੜਾ ਟਾਈਮ ਹੈ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਮਿਸ ਉਹਨਾਂ ਵੱਲੋਂ ਫਿਲਹਾਲ ਨਹੀਂ ਹੈ। ਨਾਓ ਨੈਕਸਟ ਜਿਹੜਾ ਸੀਗਾ ਜੀ ਪਾਸਪੋਰਟਸ ਦੇ ਉੱਤੇ ਸਟੈਂਪਿੰਗ ਔਰ VFS ਦੀ ਓਪਨਿੰਗ, ਇਹਦੇ ਉੱਤੇ ਇੱਕ ਬੜੀ ਵੱਡੀ ਕਨਫਿਊਜ਼ਨ ਹੈ ਔਰ ਬਹੁਤ ਜ਼ਿਆਦਾ ਮਾਹੌਲ ਜਿਹੜਾ ਇੱਧਰ ਉੱਧਰ ਬਣਿਆ ਹੋਇਆ ਹੈ। ਸੋ ਉਹਨਾਂ ਨੇ ਇਹਦੇ ਉੱਤੇ ਬਹੁਤ ਇਹ ਤਾਂ ਨਹੀਂ ਦੱਸਿਆ ਕਿ ਕਦੋਂ VFS ਓਪਨ ਹੋਣਗੇ, ਦੇ ਨਾਟ ਪ੍ਰੋਮਿਸਿੰਗ ਐਨੀਥਿੰਗ ਔਨ ਇਟ, ਬਟ ਉਹ ਕਹਿੰਦੇ ਕਿ ਹਾਂ 30 ਸੈਪਟੈਂਬਰ ਤੱਕ ਸਾਡਾ ਕਲੋਜ਼ ਹੈ। ਸੋ 30 ਸੈਪਟੈਂਬਰ ਤੱਕ ਅਸੀਂ ਕਿਸੇ ਤਰ੍ਹਾਂ ਦੇ ਕੋਈ ਪਾਸਪੋਰਟ ਅਸੈਪਟ ਨਹੀਂ ਕਰਾਂਗੇ, ਔਰ ਉਸ ਤੋਂ ਬਾਅਦ ਜੋ ਵੀ ਨਵੀਆਂ ਗਾਈਡਲਾਈਨਸ ਆਉਣਗੀਆਂ ਉਹਦੇ ਅਕੋਰਡਿੰਗ ਚੱਲੇਗਾ। ਮਤਲਬ ਅਗਰ ਅਗਲੀ ਗਾਈਡਲਾਈਨਸ ਦੇ ਵਿੱਚ VFS ਬੈਕ ਆਫਿਸ ਖੁੱਲ੍ਹਦੇ ਨੇ ਤਾਂ ਡੈਫੀਨੇਟਲੀ 30 ਸਤੰਬਰ ਤੋਂ ਬਾਅਦ ਜਿਹੜੇ ਪਾਸਪੋਰਟਸ ਨੇ ਉਹ ਤੁਸੀਂ ਭੇਜ ਸਕਦੇ ਹੋ, ਬਟ ਅਗਰ ਉਹ ਨਹੀਂ ਖੁੱਲ੍ਹਦੇ ਦੈਨ ਇਟਸ ਨਾਟ ਪੋਸੀਬਲ ਐਟ ਦ ਮੋਮੈਂਟ। ਔਰ ਐਕਸਪਾਇਰ ਹੋਣਾ ਇੱਕ ਆ ਚੀਜ਼ ਬਹੁਤ ਇੰਪੋਰਟੈਂਟ ਸੀਗੀ ਕਿ ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਸੀਗੇ ਕਿ ਮੈਂ ਜਦੋਂ ਫਾਈਲ ਲਗਾਈ ਸੀ ਮੇਰਾ ਆਈਲੈਟ ਸਕੋਰ, PT ਸਕੋਰ, ਟਾਈਫਲ ਸਕੋਰ ਵੈਲਿਡ ਸੀਗਾ, ਬਟ ਹੁਣ ਕਿਉਂਕਿ 6 ਮਹੀਨੇ 3 ਮਹੀਨੇ 2 ਮਹੀਨੇ ਮੇਰੀ ਫਾਈਲ ਨੂੰ ਅੰਦਰ ਪਏ ਹੋ ਗਏ ਹੈ, ਔਰ ਕੀ ਮੇਰੇ ਕੋ ਆਈਲੈਟਸ ਦੁਬਾਰਾ ਮੰਗਣਗੇ ਕਿਉਂਕਿ ਮੇਰਾ ਅੰਦਰ ਪਿਆ ਆਈਲੈਟਸ ਹੁਣ ਐਕਸਪਾਇਰ ਹੋ ਗਿਆ ਔਰ ਮੇਰਾ ਹਜੇ AIP ਦਾ ਡਿਸੀਜਨ ਨਹੀਂ ਹੋਇਆ। ਉਹਦੇ ਉੱਤੇ IRCC ਨੇ ਸਾਫ਼ ਸ਼ਬਦਾਂ 'ਚ ਕਿਹਾ, ਜੋ ਮੈਂ ਪਹਿਲਾਂ ਵੀ ਇਸ ਪਲੇਟਫਾਰਮ ਤੋਂ ਕਹਿੰਦਾ ਹੁੰਦਾ ਕਿ ਜਦੋਂ ਆਪਾਂ ਟੈਕਨੀਕਲੀ ਇੱਕ ਫਾਈਲ ਸਬਮਿਟ ਕਰਦੇ ਹਾਂ ਐਮਬੈਸੀ ਦੇ ਵਿੱਚ, ਔਰ ਜਿਸ ਦਿਨ ਅਸੀਂ ਸਬਮਿਟ ਕਰਦੇ ਹਾਂ ਅਗਰ ਸਾਡੇ ਡਾਕੂਮੈਂਟ ਉਸ ਦਿਨ ਉਸ ਤਰੀਕ ਨੂੰ ਵੈਲਿਡ ਹੈ ਤਾਂ ਡਿਊਰਿੰਗ ਦਾ ਪ੍ਰੋਸੈਸ ਐਮਬੈਸੀ ਜਿੰਨਾ ਵੀ ਟਾਈਮ ਲਏਗੀ ਉਹ ਡਾਕੂਮੈਂਟਸ ਨੂੰ ਵੈਲਿਡ ਹੀ ਗਿਣਿਆ ਜਾਏਗਾ। ਸੋ ਇੱਥੇ ਅਗਰ ਤੁਹਾਡੀ ਅੰਦਰ ਕੋਈ ਫਾਈਲ ਦਾ ਆਈਲੈਟਸ ਐਕਸਪਾਇਰ ਹੋ ਗਿਆ ਤਾਂ ਤੁਹਾਨੂੰ ਦੁਬਾਰਾ ਆਈਲੈਟਸ ਦੇਣ ਦੀ ਲੋੜ ਨਹੀਂ ਹੈ, ਤੁਹਾਡੇ ਉਸੇ ਆਇਲਟਸ ਸਕੋਰ ਨੂੰ ਹੀ ਵੈਲਿਡ ਗਿਣਿਆ ਜਾਊਗਾ ਔਰ ਉਹਦੇ ਤੇ ਹੀ ਡਿਸੀਜਨ ਆਊਗਾ। ਸੋ ਨਥਿੰਗ ਟੂ ਵਰੀ, ਜਿਨ੍ਹਾਂ ਦੇ ਆਇਲਟਸ ਐਕਸਪਾਇਰ ਹੋ ਰਹੇ ਆ ਉਹ ਬੇਫਿਕਰ ਹੋ ਸਕਦੇ ਆ। ਨਾਓ ਸੀਗਾ ਡੈਫਰਮੈਂਟ ਆਫ ਕੋਰਸ, AIP ਆਉਣ ਤੋਂ ਬਾਅਦ ਕੋਰਸ ਮੈਂ ਡੈਫਰ ਕੀਤਾ, ਕੀ ਇਹਦਾ ਇਫੈਕਟ ਮੇਰਾ ਸੈਕੰਡ ਸਟੇਜ ਤੇ ਪਊਗਾ। ਸੋ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਡੈਫਰ ਅਗਰ ਤੁਸੀਂ ਕਰ ਰਹੇ ਹੋ ਤਾਂ ਉਹਦਾ ਕੋਈ ਇਫੈਕਟ ਤੁਹਾਡੀ ਸੈਕੰਡ ਸਟੇਜ ਤੇ ਨਹੀਂ ਪਊਗਾ ਅਨਟਿਲ ਐਂਡ ਅਨਲੈਸ ਤੁਸੀਂ ਉਹਦੀ ਰੀਜ਼ਨਿੰਗ ਵੀ ਕੀ ਦਿੰਦੇ ਹੋ ਕਿਉਂ ਤੁਸੀਂ ਉਹ ਡੈਫਰ ਕੀਤਾ ਹੈ। ਸੋ ਉਹ ਇੱਥੇ ਉਹਨਾਂ ਨੇ ਫਿਰ ਚੀਜ਼ ਨੂੰ ਥੋੜਾ ਜਿਹਾ ਲੁਕਾ ਲਿਆ ਕਿ ਇੰਟਰਨੈਟ ਦੇ ਬੇਸ ਤੇ ਬਹਾਨਿਆਂ ਤੇ ਜਿਹੜੇ ਬੱਚੇ ਡੈਫਰ ਕਰ ਰਹੇ ਆ ਉਹਨਾਂ ਦਾ ਕੀ ਬਣੂਗਾ, ਇਹਦੇ ਉੱਤੇ ਕੋਈ ਕਲੈਰਿਟੀ ਉਹਨਾਂ ਨੇ ਨਹੀਂ ਦਿੱਤੀ ਹੈ। ਉਸ ਤਰੀਕੇ ਨਾਲ ਸ਼ਾਇਦ ਕੁਐਸਚਨ ਹੀ ਨਹੀਂ ਪੁੱਟ ਹੋਇਆ। ਸੋ ਜਿਹੜਾ ਉਹਨਾਂ ਨੇ ਮੇਨ ਚੀਜ਼ ਇਹਦੇ ਵਿੱਚ ਕਹੀ ਕਿ ਅਗਰ ਤੁਸੀਂ ਕੋਰਸ ਔਰ ਕਾਲਜ ਚੇਂਜ ਕਰਦੇ ਹੋ then it will be a problem ਔਰ ਤੁਹਾਡਾ ਜਿਹੜਾ ਕੇਸ ਆ ਉਹ ਫਿਰ ਸਟੇਜ 1 ਦੇ ਹਿਸਾਬ ਨਾਲ ਪ੍ਰੋਸੈਸ ਹੋਊਗਾ ਜਦੋਂ ਤੁਸੀਂ ਸੈਕੰਡ ਸਟੇਜ ਲਈ ਰਿਮੇਨਿੰਗ ਡਾਕੂਮੈਂਟ ਦੇਵੋਗੇ। ਔਰ ਅਗਰ ਤੁਸੀਂ ਡੈਫਰ ਕਰ ਰਹੇ ਹੋ ਕੋਰਸ ਨੂੰ ਤਾਂ ਡੈਫਰ ਕਰਦੇ ਹੀ ਉਹਦਾ ਵੈਬ ਫਾਰਮ ਦੇ ਥਰੂ ਆਪਣਾ ਨਵਾਂ LOA IRCC ਨੂੰ ਇਮੀਡੀਏਟਲੀ ਭੇਜਣਾ ਹੈ ਸੋ ਦੈਟ ਉਹ IRCC ਦੇ ਰੈਕਰਡ ਦੇ ਵਿੱਚ ਰਵੇ ਕਿ ਤੁਸੀਂ ਡੈਫਰ ਕੀਤਾ ਸੀ, ਕਦੋਂ ਡੈਫਰ ਕੀਤਾ ਸੀ, ਕਿਸ ਕਾਰਨਾਂ ਕਰਕੇ ਡੈਫਰ ਕੀਤਾ ਸੀ। ਸੋ ਇਹ ਸਾਰੇ ਇੰਪੋਰਟੈਂਟ ਅਪਡੇਟ ਸੀਗੇ। ਥੋੜਾ ਸ਼ੋਅ ਲੰਬਾ ਹੋ ਗਿਆ ਹੋਊਗਾ ਬਟ ਮੇਰੇ ਖਿਆਲ ਨਾਲ ਕਈ ਬੱਚਿਆਂ ਦੀਆਂ ਕਨਫਿਊਜ਼ਨਸ ਇਹਦੇ ਤੇ ਕਲੀਅਰ ਹੋਇਆ ਹੋਣਗੀਆਂ। ਅੱਜ ਸ਼ਾਮੀ 4 ਵਜੇ ਆਪਾਂ ਇਹਦੇ ਤੇ ਲਾਈਵ ਵੀ ਕਰਾਂਗੇ। ਸੋ ਜਿਹੜੇ ਸਵਾਲ ਕੁਐਸਚਨ ਡਾਊਟਸ ਹੋਣਗੇ ਤੁਸੀਂ ਉਹਦੇ 'ਚ ਵੀ ਪੁੱਛ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਸਭ ਤੋਂ ਪਹਿਲਾਂ ਇੰਪੋਰਟੈਂਟ ਇਨਫੋਰਮੇਸ਼ਨਸ ਨਾਲ ਜੁੜੇ ਰਹੋ। ਅੱਜ ਦੇ ਲਈ ਇੰਨਾ, ਸਤਿ ਸ਼੍ਰੀ ਅਕਾਲ। ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ 1 ਮਿੰਟ ਦਾ ਵੀਡੀਓ ਰਹੇਗਾ। 30 ਸੈਕਿੰਡ ਦੀਆਂ 2 ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਆਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਆਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ ਤੇ ਜਾਓ broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫਾਰਮ ਭਰੋ ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਆਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਇਲਸ PT ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ ਜਿਹਦੇ ਵਿੱਚ 1 ਟੀਚਰ 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ WhatsApp ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ। ਟੀਮ ਨਾਲ ਕਨੈਕਟ ਕਰੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।